Kanchan Outlook। ਜੋਗੀ ਲੋਕ ਕਈ ਵਾਰ ਮਨ ਦੀ ਇਕਾਗਰਤਾ ਦੇ ਲਈ ਇੱਕ ਖਾਸ ਪਦਾਰਥ ਦਾ ਸੇਵਨ ਕਰਦੇ ਨੇ। ਗੁਰੂ ਨਾਨਕ ਸਾਹਿਬ ਸਾਨੂੰ ਦੱਸਦੇ ਨੇ ਕਿ ਉਸ ਪਦਾਰਥ ਦਾ ਜੋ ਅਸਰ ਹੈ ਉਹ ਬਹੁਤੀ ਦੇਰ ਨਹੀਂ ਰਹਿੰਦਾ, ਤੇ ਨਾਲ ਦੀ ਨਾਲ ਹੀ ਸਾਨੂੰ ਉਹਦੇ ਬਰਾਬਰ ਦਾ ਇੱਕ ਪਦਾਰਥ ਵੀ ਦੱਸਦੇ ਨੇ ਜੋ ਅਸੀਂ ਸੇਵਨ ਕਰੀਏ ਤੇ ਮਨ ਦੀ ਇਕਾਗਰਤਾ ਲੰਬੇ ਸਮੇਂ ਲਈ ਬਲਕਿ ਸਦਾ ਦੇ ਲਈ ਹੀ ਬਣੀ ਰਹਿੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 360ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲੇਗਾ। ਦੂਸਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਉਸ ਪ੍ਰਮਾਤਮਾ ਨੂੰ ਇੱਕ ਉਲਾਂਭਾ ਦਿੰਦੇ ਨੇ। ਉਹ ਉਲਾਂਭਾ ਕਿਹੜਾ ਹੈ ਤੇ ਕਿਉਂ ਗੁਰੂ ਸਾਹਿਬ ਨੂੰ ਉਹ ਉਲਾਂਭਾ ਦੇਣ ਦੀ ਲੋੜ ਪਈ, ਇਹ ਆਪਾਂ ਦੂਸਰੇ ਸ਼ਬਦ ਦੇ ਵਿੱਚ ਪੜ੍ਹਨਾ ਹੈ। ਤੇ ਤੀਸਰੇ ਸ਼ਬਦ ਦੇ ਵਿੱਚ ਹਿੰਦੂ ਸ਼ਾਸਤਰਾਂ ਦੇ ਬਰਾਬਰ ਤੇ ਉਹਨਾਂ ਤੋਂ ਵੀ ਉੱਤਮ ਸ਼ਾਸਤਰ ਕਿਹੜਾ ਹੈ, ਇਹ ਅਸੀਂ ਜਾਣਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 360ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਹੁਣ ਸ਼ੁਰੂਆਤ ਕਰਦੇ ਹਾਂ। ਆਸਾ ਮਹਿਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਉਹ ਖਾਸ ਪਦਾਰਥ ਜਿਸ ਦਾ ਸੇਵਨ ਜੋਗੀ ਲੋਕ ਕਰਦੇ ਹਨ ਉਹ ਸ਼ਰਾਬ ਹੈ। ਅਸੀਂ ਜਾਣਦੇ ਹਾਂ ਕਿ ਸ਼ਰਾਬ ਕੁਝ ਪਲਾਂ ਦੇ ਲਈ ਮਨ ਨੂੰ ਭਟਕਣਾ ਤੋਂ ਦੂਰ ਲੈ ਜਾਂਦੀ ਹੈ, ਪਰ ਉਹ ਨਸ਼ਾ ਬਹੁਤੀ ਦੇਰ ਨਹੀਂ ਰਹਿੰਦਾ। ਉਹਦੇ ਬਰਾਬਰ ਗੁਰੂ ਸਾਹਿਬ ਸਾਨੂੰ ਅੰਮ੍ਰਿਤ ਰਸ ਦਾ ਸੇਵਨ ਕਰਨ ਦੇ ਲਈ ਕਹਿੰਦੇ ਨੇ। ਇਹ ਪਹਿਲੀਆਂ ਜੋ ਪੰਕਤੀਆਂ ਹਨ ਇਹਨਾਂ ਦੇ ਵਿੱਚ ਸ਼ਰਾਬ ਕੱਢਣ ਦੀ ਵਿਧੀ ਦੀ ਗੱਲ ਹੈ, ਤੇ ਉਸ ਵਿਧੀ ਦੇ ਤੁਲਨਾਤਮਕ ਅੰਮ੍ਰਿਤ ਰਸ ਕੱਢਣ ਦੀ ਵਿਧੀ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਕਹਿੰਦੇ ਗੁੜ ਕਰ ਗਿਆਨ, ਸ਼ਰਾਬ ਕੱਢਣ ਦੇ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ, ਭੱਠੀ ਜੜੀ ਜਾਂਦੀ ਹੈ, ਮਹੂਏ ਆਦਿ ਦੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਿੱਕਰਾਂ ਦੇ ਸੱਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲੀ ਦੇ ਰਾਹੀਂ ਸ਼ਰਾਬ ਇਕੱਤਰ ਕੀਤੀ ਜਾਂਦੀ ਹੈ ਉਹਨੂੰ ਠੰਡਾ ਰੱਖਣ ਦੇ ਲਈ ਉਹਦੇ ਤੇ ਪੋਚਾ ਵੀ ਲਾਇਆ ਜਾਂਦਾ ਹੈ, ਆਟੇ ਆਦਿਕ ਦਾ। ਜੇ ਸਰੀਰਕ ਰੂਪ ਦੇ ਵਿੱਚ ਇਹਨਾਂ ਸਾਰੀਆਂ ਵਸਤਾਂ ਦਾ ਇਸਤੇਮਾਲ ਕਰਕੇ ਇਸ ਵਿਧੀ ਨੂੰ ਅਪਣਾਇਆ ਜਾਏ ਤੇ ਸ਼ਰਾਬ ਉਤਪੰਨ ਹੁੰਦੀ ਹੈ, ਪਰ ਜੇ ਆਤਮਕ ਰੂਪ ਦੇ ਵਿੱਚ ਇਹਨਾਂ ਦੇ ਤੁਲਨਾਤਮਕ ਜੋ ਚੀਜ਼ਾਂ ਗੁਰੂ ਸਾਹਿਬ ਨੇ ਦੱਸੀਆਂ ਨੇ ਉਹਨਾਂ ਨੂੰ ਵਰਤਿਆ ਜਾਏ, ਉਸ ਵਿਧੀ ਨੂੰ ਅਪਣਾਇਆ ਜਾਏ ਤੇ ਅੰਮ੍ਰਿਤ ਰਸ ਪੈਦਾ ਹੁੰਦਾ ਹੈ। ਕਹਿੰਦੇ ਗੁੜ ਕਰ ਗਿਆਨ, ਗਿਆਨ ਨੂੰ ਗੁੜ ਬਣਾ ਲਓ। ਧਿਆਨ ਕਰ ਧਾਵੈ, ਧਾਵੈ ਤੋਂ ਭਾਵ ਮਹੂਏ ਦੇ ਫੁੱਲ, ਪ੍ਰਭੂ ਦੀ ਯਾਦ ਦੇ ਵਿੱਚ ਸੁਰਤ ਨੂੰ ਜੋੜਨਾ, ਧਿਆਨ ਲਾਉਣਾ। ਧਿਆਨ ਲਾਉਣ ਨੂੰ ਕਹਿੰਦੇ ਮਹੂਏ ਦੇ ਫੁੱਲ ਬਣਾ ਲਵੋ। ਕਰ ਕਰਨੀ ਕਸ ਪਾਈਐ, ਕਸ ਤੋਂ ਭਾਵ ਕਿੱਕਰਾਂ ਦਾ ਸੱਕ। ਕਰ ਕਰਨੀ ਸਾਡਾ ਉੱਚਾ ਆਚਰਨ, ਉੱਚੇ ਆਚਰਨ ਨੂੰ ਕਿੱਕਰਾਂ ਦਾ ਸੱਕ ਬਣਾ ਕੇ ਤੇ ਇਹਦੇ ਵਿੱਚ ਰਲਾ ਲਵੋ। ਭਾਠੀ ਭਵਨ, ਭਵਨ ਤੋਂ ਭਾਵ ਹੈ ਸਰੀਰਕ ਮੋਹ ਨੂੰ ਸਾੜ ਦੇਣਾ, ਦੇ ਅਧਿਆਸ। ਸਰੀਰਕ ਮੋਹ ਨੂੰ ਸਾੜ ਦੇਣਾ, ਇਸ ਗੱਲ ਨੂੰ ਕਹਿੰਦੇ ਭੱਠੀ ਬਣਾ ਲਵੋ। ਪ੍ਰੇਮ ਕਾ ਪੋਚਾ, ਪ੍ਰਭੂ ਚਰਨਾਂ ਦੇ ਵਿੱਚ ਪ੍ਰੇਮ ਜੋੜਨਾ, ਇਹਨੂੰ ਬਣਾ ਲਵੋ ਠੰਡਾ ਪੋਚਾ ਜੋ ਅਰਕ ਵਾਲੀ ਨਾਲ ਦੇ ਉੱਤੇ ਫੇਰਨਾ ਹੈ। ਇਤ ਰਸ ਅਮਿਓ ਚੁਆਈਐ, ਜੇ ਅਜਿਹਾ ਕਰਾਂਗੇ ਤਾਂ ਇਹ ਸਾਰੇ ਮਿਲ ਕੇ ਸਾਨੂੰ ਅੰਮ੍ਰਿਤ ਰੂਪ ਰਸ ਪ੍ਰਦਾਨ ਕਰਨਗੇ ਜੋ ਸਾਡੀ ਆਤਮਾ ਨੂੰ ਇਕਾਗਰ ਕਰੇਗਾ, ਤੇ ਉਹ ਇਕਾਗਰਤਾ ਸ਼ਰਾਬ ਦੇ ਨਸ਼ੇ ਵਾਂਗ ਕੁਝ ਪਲ ਨਹੀਂ ਬਲਕਿ ਸਦਾ ਦੇ ਲਈ ਸਾਡੇ ਨਾਲ ਰਹੇਗੀ। ਸੋ ਸੌਖੇ ਸ਼ਬਦਾਂ ਦੇ ਵਿੱਚ ਗਿਆਨ ਨੂੰ ਗੁੜ ਬਣਾ ਲਵੋ, ਧਿਆਨ ਨੂੰ ਮਹੂਏ ਦੇ ਫੁੱਲ ਬਣਾ ਲਵੋ, ਸਾਡੇ ਉੱਚੇ ਆਚਰਣ ਨੂੰ ਕਿੱਕਰਾਂ ਦਾ ਸੱਕ ਬਣਾ ਲਵੋ, ਸਰੀਰਕ ਮੋਹ ਨੂੰ ਸਾੜਨਾ ਉਹਨੂੰ ਬਣਾ ਲਈਏ ਅਸੀਂ ਭੱਠੀ, ਤੇ ਉੱਤੇ ਪ੍ਰਭੂ ਚਰਨਾਂ ਦੇ ਨਾਲ ਪ੍ਰੇਮ ਦਾ ਪੋਚਾ ਲਾਈਏ। ਇਸ ਵਿਧੀ ਦੇ ਰਾਹੀਂ ਅੰਮ੍ਰਿਤ ਰਸ ਚੋ ਲਈਏ, ਅੰਮ੍ਰਿਤ ਰਸ ਪ੍ਰਾਪਤ ਕਰ ਲਈਏ ਤੇ ਸਦਾ ਦੇ ਲਈ ਸਾਡੀ ਆਤਮਾ ਨੂੰ ਅਸੀਂ ਇਕਾਗਰ ਕਰ ਲਈਏ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਓ। ਹੇ ਜੋਗੀ, ਤੁਸੀਂ ਸੁਰਤ ਨੂੰ ਟਿਕਾਣ ਦੇ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਤੇ ਸੁਰਤ ਮੁੜ ਉਖੜ ਜਾਂਦੀ ਹੈ।
ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ। ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਜੋ ਸਿਮਰਨ ਦੀ ਬਰਕਤ ਦੇ ਨਾਲ ਅਡੋਲਤਾ ਦੇ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ। ਅਹਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਜਿਸ ਨੂੰ ਪ੍ਰਭੂ ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲੱਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ। ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇੱਕ ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਅਸਲੀ ਮਤਵਾਲਾ ਜੋਗੀ ਹੈ, ਅਸਲੀ ਮਸਤਾਨਾ ਜੋਗੀ ਹੈ। ਪੂਰਾ ਸਾਚ ਪਿਆਲਾ ਸਹਜੇ, ਤਿਸੇ ਪਿਆਏ ਜਾ ਕੋ ਨਦਰ ਕਰੇ। ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ। ਸਾਚ ਪਿਆਲਾ ਭਾਵ ਅੰਮ੍ਰਿਤ ਰਸ ਦਾ ਉਹ ਪਿਆਲਾ, ਜਿਹਦੇ ਤੋਂ ਮਿਲੀ ਮਸਤੀ ਸਦਾ ਟਿਕੀ ਰਹਿੰਦੀ ਹੈ। ਪੂਰਾ ਤੋਂ ਭਾਵ ਪੂਰੇ ਗੁਣਾਂ ਦਾ ਮਾਲਕ ਉਹ ਪਰਮਾਤਮਾ। ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ, ਪੂਰੇ ਗੁਣਾਂ ਦਾ ਮਾਲਕ ਪਰਮਾਤਮਾ ਇਹ ਸੱਚ ਪਿਆਲਾ ਜੋ ਹੈ ਅਡੋਲਤਾ ਦੇ ਵਿੱਚ ਰੱਖ ਕੇ ਉਸ ਮਨੁੱਖ ਨੂੰ ਹੀ ਪਿਲਾਂਦਾ ਹੈ, ਜਾ ਕੋ ਨਦਰ ਕਰੇ, ਜਿਸ ਦੇ ਉੱਪਰ ਪਰਮਾਤਮਾ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ। ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਸ਼ੂਸ਼ੈ ਭਾਉ ਧਰੇ। ਜਿਹੜਾ ਮਨੁੱਖ ਅਟਲ ਆਤਮਿਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਤਾਂ ਉਹ ਸ਼ਰਾਬ ਵਰਗੇ ਹੋਸ਼ੇ ਨਸ਼ੇ ਦੇ ਨਾਲ ਪਿਆਰ ਨਹੀਂ ਪਾਉਂਦਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ। ਜਿਸ ਮਨੁੱਖ ਨੇ ਅਟਲ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ। ਉਸ ਨੂੰ ਨਾ ਮੁਕਤੀ ਦੀ ਲੋੜ ਰਹਿੰਦੀ ਹੈ, ਨਾ ਬੈਕੁੰਠ ਦੀ। ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਹੇ ਨਾਨਕ ਆਖ ਕਿ ਹੇ ਭਰਥਰੀ ਜੋਗੀ, ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗਿਆ ਗਿਆ ਹੈ, ਉਹ ਸਦਾ ਹੀ ਮਾਇਆ ਦੇ ਮੋਹ ਤੋਂ ਵਿਰਕਤ ਰਹਿੰਦਾ ਹੈ। ਉਹ ਆਤਮਿਕ ਮਨੁੱਖਾ ਜੀਵਨ ਜੂਏ ਦੇ ਵਿੱਚ ਨਹੀਂ ਗਵਾਉਂਦਾ, ਭਾਵ ਕਿ ਆਪਣੇ ਮਨੁੱਖੇ ਜਨਮ ਨੂੰ ਅਜਾਈਂ ਨਹੀਂ ਗਵਾਉਂਦਾ, ਮਾਇਆ ਦੇ ਮੋਹ ਵਿੱਚ ਲੱਗ ਕੇ ਨਹੀਂ ਗਵਾਉਂਦਾ। ਉਹ ਤਾਂ ਅਟਲ ਆਤਮਿਕ ਜੀਵਨ ਦਾ ਤੇ ਆਨੰਦ ਦੇ ਵਿੱਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਯਾਦ ਦੇ ਵਿੱਚ ਸਦਾ ਜੁੜਿਆ ਰਹਿੰਦਾ ਹੈ। ਆਸਾ ਮਹਿਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੈ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਇਸ ਸ਼ਬਦ ਦੇ ਵਿੱਚ ਉਸ ਘਟਨਾ ਦਾ ਜ਼ਿਕਰ ਹੈ ਜਦ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਸੀ। ਸੰਨ 1521 ਦੀ ਗੱਲ ਹੈ। ਬਾਬਰ ਨੇ ਸੈਦਪੁਰ ਜਾਣੀ ਐਮਨਾਬਾਦ 'ਤੇ ਹਮਲਾ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਵੀ ਆਪਣੀ ਤੀਜੀ ਉਦਾਸੀ ਪੂਰੀ ਕਰਨ ਤੋਂ ਬਾਅਦ ਐਮਨਾਬਾਦ ਪਹੁੰਚ ਚੁੱਕੇ ਸਨ। ਬਾਬਰ ਨੇ ਆਪਣੇ ਹਮਲੇ ਦੇ ਦੌਰਾਨ ਬਹੁਤ ਕਹਿਰ ਢਾਇਆ, ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਤਬਾਹੀ ਮਚਾ ਦਿੱਤੀ ਤੇ ਗੁਰੂ ਸਾਹਿਬ ਨੇ ਉਹ ਤਬਾਹੀ ਆਪਣੀਆਂ ਅੱਖਾਂ ਦੇ ਨਾਲ ਵੇਖੀ। ਇੰਨੇ ਕੁ ਜ਼ਿਆਦਾ ਵਿਆਕੁਲ ਹੋਏ ਕਿ ਪਰਮਾਤਮਾ ਤੱਕ ਨੂੰ ਵੀ ਉਲਾਂਭਾ ਦੇ ਬੈਠੇ। ਪਰ ਸਿਰਫ ਉਲਾਂਭਾ ਹੀ ਨਹੀਂ ਦਿੱਤਾ, ਪਰਮਾਤਮਾ ਦੀ ਰਜ਼ਾ ਨੂੰ ਕਬੂਲ ਵੀ ਕੀਤਾ। ਆਓ ਇਸ ਪੂਰੀ ਘਟਨਾ ਨੂੰ ਵਿਸਥਾਰ ਦੇ ਵਿੱਚ ਜਾਣੀਏ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਜੋ ਸਿੰਧ ਨਦੀ ਹੈ, ਉਹਦੇ ਪੱਛਮ ਵੱਲ ਦੇ ਦੇਸ਼ਾਂ ਦੇ ਸਮੂਹ ਨੂੰ ਹਿੰਦੁਸਤਾਨੀ ਉਹਨਾਂ ਵੇਲਿਆਂ ਦੇ ਵਿੱਚ ਖੁਰਾਸਾਨ ਕਹਿ ਦਿੰਦੇ ਸਨ। ਖਸਮਾਨਾ ਕੀਆ ਜਾਣੀ ਉਹਦੀ ਸਪੁਰਦਗੀ, ਕਿਸੇ ਨੂੰ ਸੌਂਪਣੀ। ਖੁਰਾਸਾਨ ਖਸਮਾਨਾ ਕੀਆ, ਬਾਬਰ ਨੇ ਖੁਰਾਸਾਨ ਜੋ ਉਹ ਦੇਸ਼ਾਂ ਦਾ ਸਮੂਹ ਸੀ, ਉਹਦੀ ਸਪੁਰਦਗੀ ਕਿਸੇ ਨੂੰ ਹੋਰ ਨੂੰ ਸੌਂਪ ਕੇ ਹਿੰਦੁਸਤਾਨ ਦੇ ਉੱਤੇ ਚੜ੍ਹਾਈ ਕਰ ਦਿੱਤੀ, ਸਹਿਮ ਪਾ ਦਿੱਤਾ, ਹਿੰਦੁਸਤਾਨ ਨੂੰ ਡਰਾ ਲਿਆ। ਐਮਨਾਬਾਦ ਦੇ ਇਲਾਕੇ 'ਤੇ ਉਸ ਵਕਤ ਪਠਾਣਾਂ ਦਾ ਹੁਕਮ ਸੀ, ਪਠਾਣਾਂ ਦਾ ਰਾਜ ਸੀ ਤੇ ਉਹ ਪਠਾਨ ਆਪਣੀਆਂ ਹੀ ਰੰਗ ਰਲੀਆਂ ਦੇ ਵਿੱਚ ਮਸਤ ਸਨ। ਤੇ ਜਦ ਕੋਈ ਇਨਸਾਨ
ਆਪਣੀਆਂ ਹੀ ਰੰਗ ਰਲੀਆਂ ਦੇ ਵਿੱਚ ਮਸਤ ਹੋ ਜਾਵੇ, ਸਹੀ ਗਲਤ ਦੀ ਪਛਾਣ ਭੁੱਲ ਜਾਵੇ, ਹਉਮੈ ਦੇ ਵਿੱਚ ਆ ਜਾਵੇ ਤੇ ਉਹਨੂੰ ਸਜ਼ਾ ਮਿਲਣੀ ਲਾਜ਼ਮੀ ਹੋ ਜਾਂਦੀ ਹੈ। ਤੇ ਉਹਨੂੰ ਸਜ਼ਾ ਦੇਣ ਦੇ ਲਈ ਪਰਮਾਤਮਾ ਹੀ ਵਸੀਲਾ ਕਰਦਾ ਹੈ। ਤੇ ਸਜ਼ਾ ਦੇ ਵਿੱਚ ਕਿਉਂਕਿ ਉਹਨਾਂ ਦਾ ਨੁਕਸਾਨ ਹੋਏਗਾ, ਜਾਨੀ ਨੁਕਸਾਨ ਵੀ ਹੋਏਗਾ, ਮਾਲੀ ਨੁਕਸਾਨ ਵੀ ਹੋਏਗਾ, ਉਸ ਨੁਕਸਾਨ ਦੇ ਲਈ ਕਰਤਾਰ ਪਰਮਾਤਮਾ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਆਪੈ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਜਮ ਕਰ ਮੁਗਲ ਚੜਾਇਆ ਤੋਂ ਭਾਵ ਕਿ ਉਹ ਪਠਾਨ ਜੋ ਆਪਣੀਆਂ ਰੰਗ ਰਲੀਆਂ ਦੇ ਵਿੱਚ ਮਸਤ ਹੋ ਗਏ ਸਨ, ਲੋਕਾਂ ਦੀ ਪਰਵਾਹ ਨਹੀਂ ਕਰ ਰਹੇ ਸਨ, ਉਹਨਾਂ ਦੇ ਉੱਪਰ ਜਮ ਬਣਾ ਕੇ ਬਾਬਰ ਨੂੰ ਕਰਤਾਰ ਨੇ ਚੜਵਾਇਆ, ਪਰਮਾਤਮਾ ਨੇ ਚੜਵਾਇਆ। ਤੇ ਇਹਦੇ ਲਈ ਪਰਮਾਤਮਾ ਆਪਣੇ ਆਪ ਨੂੰ ਦੋਸ਼ੀ ਨਹੀਂ ਦਿੰਦਾ, ਠਹਿਰਾਉਂਦਾ, ਦੋਸ਼ ਨਹੀਂ ਦਿੰਦਾ। ਲੇਕਿਨ ਅਗਲੀ ਹੀ ਪੰਕਤੀ ਦੇ ਵਿੱਚ ਗੁਰੂ ਜੀ ਇੱਕ ਉਲਾਂਭਾ ਦਿੰਦੇ ਨੇ, ਕਹਿੰਦੇ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਕਿ ਠੀਕ ਹੈ, ਪਠਾਨ ਤਾਂ ਰੰਗ ਰਲੀਆਂ ਦੇ ਵਿੱਚ ਮਸਤ ਸਨ, ਗਲਤ ਸਨ, ਉਹਨਾਂ ਨੂੰ ਤੇ ਸਜ਼ਾ ਮਿਲਣੀ ਬਣਦੀ ਸੀ, ਪਰ ਬਾਬਰ ਦੇ ਹਮਲੇ ਦੇ ਵਿੱਚ ਤਾਂ ਨਿਹੱਥੇ ਗਰੀਬ ਮਜ਼ਲੂਮ ਲੋਕ ਵੀ ਮਾਰੇ ਗਏ, ਉਹਨਾਂ ਦਾ ਵੀ ਨੁਕਸਾਨ ਹੋ ਗਿਆ। ਇਤੀ ਮਾਰ ਪਈ, ਇੰਨੀ ਮਾਰ ਪਈ ਕਿ ਲੋਕ ਕੁਰਲਾ ਉੱਠੇ। ਕਿ ਇਹ ਸਭ ਕੁਝ ਦੇਖ ਕੇ ਤੈਨੂੰ ਉਹਨਾਂ ਉੱਤੇ ਤਰਸ ਨਹੀਂ ਆਇਆ? ਇਹ ਸਵਾਲ ਗੁਰੂ ਸਾਹਿਬ ਪਰਮਾਤਮਾ ਦੇ ਅੱਗੇ ਰੱਖਦੇ ਨੇ। ਕਰਤਾ ਤੂੰ ਸਭਨਾ ਕਾ ਸੋਈ। ਲੇਕਿਨ ਅਗਲੀ ਹੀ ਪੰਕਤੀ ਦੇ ਵਿੱਚ ਇਸ ਗੱਲ ਤੋਂ ਮੁਨਕਰ ਵੀ ਨਹੀਂ ਹੁੰਦੇ ਕਿ ਹੇ ਕਰਤਾਰ, ਹੇ ਪਰਮਾਤਮਾ, ਤੂੰ ਸਾਰਿਆਂ ਦਾ ਮਾਲਕ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਤੂੰ ਸਭਨਾ ਜੀਵਾਂ ਦੀ ਸਾਰ ਰੱਖਣ ਵਾਲਾ ਹੈ। ਜੇ ਕੋਈ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ, ਕੋਈ ਜ਼ੋਰ ਵਾਲਾ ਬੰਦਾ ਜ਼ੋਰ ਵਾਲੇ ਬੰਦੇ ਦੇ ਨਾਲ ਲੜਾਈ ਕਰੇ, ਤਾਂ ਵੇਖਣ ਵਾਲਿਆਂ ਦੇ ਮਨ ਵਿੱਚ ਗੁੱਸਾ ਗਿਲਾ ਨਹੀਂ ਆਉਂਦਾ, ਕਿਉਂਕਿ ਦੋਵੇਂ ਧਿਰਾਂ ਇੱਕ ਬਰਾਬਰ ਨੇ। ਜਦੋਂ ਨਿਹੱਥਿਆਂ ਦੇ ਉੱਪਰ ਵਾਰ ਹੋਵੇ, ਨਿਹੱਥਿਆਂ ਦਾ ਬੇਕਸੂਰ ਲੋਕਾਂ ਦਾ ਨੁਕਸਾਨ ਹੋਵੇ, ਤਾਂ ਸਭਨਾਂ ਦੇ ਦਿਲ ਕੁਰਲਾ ਉੱਠਦੇ ਨੇ। ਸਕਤਾ ਸ਼ੀ ਮਾਰੇ ਪੈ ਵੱਗੈ ਖਸਮੈ ਸਾ ਪੁਰਸਾਈ। ਸਕਤਾ ਤੋਂ ਭਾਵ ਜ਼ੋਰਾਵਰ, ਸ਼ੀ ਤੋਂ ਭਾਵ ਸ਼ੇਰ, ਵੱਗੈ ਤੋਂ ਭਾਵ ਗਊਆਂ ਦਾ ਵੱਗ, ਪੁਰਸਾਈ ਤੋਂ ਭਾਵ ਪੁੱਛ। ਸਕਤਾ ਸ਼ੀ ਮਾਰੈ ਪੈ ਵੱਗੈ ਖਸਮੈ ਸਾ ਪੁਰਸਾਈ ਤੋਂ ਭਾਵ ਕਿ ਜੇ ਤਾਕਤਵਰ ਸ਼ੇਰ ਗਾਈਆਂ ਦੇ ਵੱਗ ਨੂੰ ਮਾਰਨ ਨੂੰ ਪੈ ਪਏ। ਜੋ ਪਿਛਲੀ ਪੰਕਤੀ ਸੀ, ਰਹਾਉ ਵਾਲੀ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਨਾ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕਿ ਜੇ ਤਾਕਤਵਰ ਨੂੰ ਮਾਰਦਾ ਹੈ ਤਾਂ ਕਿਸੇ ਨੂੰ ਗਿਲਾ ਨਹੀਂ ਆਉਂਦਾ। ਪਰ ਇਸ ਪੰਕਤੀ ਦੇ ਵਿੱਚ ਕਹਿੰਦੇ ਨੇ ਕਿ ਜੇ ਤਾਕਤਵਰ ਸ਼ੇਰ ਕਮਜ਼ੋਰ ਗਾਈਆਂ ਦੇ ਵੱਗ ਨੂੰ ਮਾਰਨ ਨੂੰ ਪੈ ਤੁਰੇ, ਖਸਮੈ ਸਾ ਪੁਰਸਾਈ, ਤਾਂ ਗਾਈਆਂ ਦੇ ਵੱਗ ਦੇ ਮਾਲਕ ਨੂੰ ਹੀ ਪੁੱਛ-ਗਿੱਛ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਕਮਜ਼ੋਰ ਗਾਈਆਂ ਦੀ ਵਾਗਡੋਰ ਉਹਨਾਂ ਦੇ ਮਾਲਕ ਦੇ ਹੱਥ ਹੈ। ਉਹਨਾਂ ਨੂੰ ਬਚਾਉਣ ਦਾ ਜ਼ਿੰਮਾ ਉਹਨਾਂ ਦੇ ਮਾਲਕ ਦੇ ਹੱਥ ਹੈ। ਇਸੇ ਲਈ ਹੈ ਕਰਤਾਰ, ਮੈਂ ਤੁਹਾਨੂੰ ਪੁੱਛਦਾ ਹਾਂ, ਇਸੇ ਲਈ ਮੈਂ ਤੁਹਾਡੇ ਅੱਗੇ ਰਜ਼ੋਈ ਕਰ ਰਿਹਾ ਹਾਂ ਕਿ ਤੈਂ ਕੀ ਦਰਦ ਨਾ ਆਇਆ। ਕਿ ਤੂੰ ਤੇ ਮਾਲਕ ਹੈ ਸਭਨਾਂ ਦਾ, ਤੇ ਜਿਹੜੇ ਨਿਹੱਥੇ ਮਾਰੇ ਗਏ ਉਹਨਾਂ ਨੂੰ ਵੇਖ ਕੇ ਤੇਰੇ ਦਿਲ ਵਿੱਚ ਦਰਦ ਨਹੀਂ ਆਇਆ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ। ਜੇਕਰ ਕੋਈ ਓਪਰਾ ਕੁੱਤਿਆਂ ਦੇ ਵੱਗ ਦੇ ਵਿੱਚ ਜਾ ਪਏ ਤਾਂ ਉਹ ਜੋ ਕੁੱਤੇ ਹਨ ਉਹਨੂੰ ਪਾੜ ਕੇ ਖਾ ਜਾਂਦੇ ਨੇ। ਤੇ ਇਹ ਕੁੱਤਿਆਂ ਰੂਪ ਮੁਗਲ ਜਿਨ੍ਹਾਂ ਨੇ ਆ ਕੇ ਨਿਹੱਥੇ ਲੋਕਾਂ ਦੇ ਉੱਪਰ ਚੜ੍ਹਾਈ ਕਰ ਦਿੱਤੀ, ਨਿਹੱਥੇ ਲੋਕਾਂ ਨੂੰ ਮਾਰ ਮੁਕਾਇਆ, ਰਤਨਾਂ ਵਰਗੇ ਤੇਰੇ ਸੋਹਣੇ ਬੰਦੇ ਇਹਨਾਂ ਨੇ ਕੁੱਤਿਆਂ ਵਾਂਗ ਪਾੜ ਕੇ ਸੁੱਟ ਦਿੱਤੇ, ਤੇ ਉਹਨਾਂ ਮਰੇ ਪਿਆਂ ਦੀ ਕਿਸੇ ਨੇ ਸਾਰ ਵੀ ਨਹੀਂ ਲਈ। ਇਹ ਸਭ ਦੇਖ ਕੇ ਵੀ ਤੈਨੂੰ ਦਰਦ ਨਹੀਂ ਆਇਆ? ਪਰ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਕਿ ਉਹ ਕਰਤਾਰ ਆਪਣੀ ਰਜ਼ਾ ਨੂੰ ਆਪ ਹੀ ਜਾਣਦਾ ਹੈ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਇਸ ਗੱਲ ਨੂੰ ਵੀ ਗੁਰੂ ਸਾਹਿਬ ਉਸ ਪਰਮਾਤਮਾ ਦੀ ਵਡਿਆਈ ਹੀ ਸਮਝਦੇ ਨੇ ਕਿ ਤੇਰੀ ਲੀਲਾ ਹੈ ਪਰਮਾਤਮਾ, ਤੂੰ ਆਪੇ ਹੀ ਲੋਕਾਂ ਨੂੰ ਜੋੜਦਾ ਹੈ, ਰਿਸ਼ਤੇ ਬਣਾਉਂਦਾ ਹੈ, ਉਹਨਾਂ ਰਿਸ਼ਤਿਆਂ ਦੇ ਵਿੱਚੋਂ ਆਪੇ ਹੀ ਕੁਝ ਨੂੰ ਤੂੰ ਖੋਹ ਲੈਂਦਾ ਹੈ, ਵਿਛੋੜੇ ਵੀ ਪਾ ਦਿੰਦਾ ਹੈ। ਤੇਰੀ ਲੀਲਾ ਹੈ, ਸਾਡੇ ਬੰਦਿਆਂ ਦੇ ਹੱਥ ਵੱਸ ਨਹੀਂ ਹੈ ਕੁਝ, ਤੇਰੀ ਰਜ਼ਾ ਹੈ। ਤੇਰੀ ਰਜ਼ਾ ਨੂੰ ਸਮਝਣਾ ਸਾਡੇ ਵੱਸ ਦੀ ਗੱਲ ਵੀ ਨਹੀਂ।
ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੀ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਧਨ ਪਦਾਰਥ, ਹਕੂਮਤ ਆਦਿਕ ਦੇ ਨਸ਼ੇ ਵਿੱਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ, ਆਕੜ ਵਿਖਾਉਂਦਾ ਹੈ, ਹੋਰਨਾਂ ਨੂੰ ਦੁੱਖ ਦਿੰਦਾ ਹੈ, ਪਰ ਇਹ ਨਹੀਂ ਸਮਝਦਾ ਕਿ ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਮਨ ਮੰਨੀਆਂ ਰੰਗ ਰਲੀਆਂ ਮਾਣ ਲਏ, ਤਾਂ ਵੀ ਖਸਮ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਕੀੜਾ ਹੀ ਦਿਸਦਾ ਹੈ, ਜੋ ਧਰਤੀ ਤੋਂ ਦਾਣੇ ਚੁਗ ਚੁਗ ਕੇ ਨਿਰਵਾਹ ਕਰਦਾ ਹੈ। ਮਰ ਮਰ ਜੀਵੈ ਤਾਂ ਕਿਛ ਪਾਈ, ਨਾਨਕ ਨਾਮ ਬਖਾਣੇ। ਅਜਿਹੇ ਜੋ ਮਨੁੱਖ ਹੁੰਦੇ ਨੇ, ਉਹ ਤਾਂ ਹਉਮੈ ਦੀ ਬਦਮਸਤੀ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਅਜਾਈਂ ਗਵਾਈ ਜਾਂਦੇ ਨੇ। ਪਰ ਹੇ ਨਾਨਕ, ਜਿਹੜਾ ਮਨੁੱਖ ਵਿਕਾਰਾਂ ਵੱਲੋਂ ਆਪਾ ਮਾਰ ਕੇ ਆਤਮਿਕ ਜੀਵਨ ਜਿਉਂਦਾ ਹੈ ਤੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ ਇੱਥੋਂ ਕੁਝ ਖੱਟਦਾ ਹੈ। ਰਾਗ ਆਸਾ ਘਰ ਦੂਜਾ ਮਹਿਲਾ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵਡਭਾਗ, ਗੁਰ ਕਾ ਸ਼ਬਦ ਸੱਚਾ ਵੈਰਾਗ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਰਾਗ ਆਸਾ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ, ਗੁਰੂ ਅਮਰਦਾਸ ਸਾਹਿਬ ਦੁਆਰਾ ਰਚਿਤ ਇਹ ਸ਼ਬਦ ਆਪਾਂ ਹੁਣ ਪੜ੍ਹਨ ਲੱਗੇ ਹਾਂ। ਪਹਿਲੀਆਂ ਇਹ ਜੋ ਪੰਕਤੀਆਂ ਹਨ, ਇਹਨਾਂ ਦੇ ਵਿੱਚ ਤੇ ਪੂਰੇ ਸ਼ਬਦ ਦੇ ਵਿੱਚ ਹੀ ਸ਼ਾਸਤਰਾਂ ਦੀ ਗੱਲ ਹੋਈ ਹੈ। ਗੁਰੂ ਜੀ ਕਹਿੰਦੇ ਨੇ ਖਟ ਦਰਸ਼ਨ ਵਰਤੈ ਵਰਤਾਰਾ। ਇਸ ਪੂਰੇ ਹੀ ਸ਼ਬਦ ਦੇ ਵਿੱਚ ਜਿੱਥੇ ਵੀ ਦਰਸ਼ਨ ਸ਼ਬਦ ਹੈ, ਉਹਦਾ ਅਰਥ ਹੈ ਸ਼ਾਸਤਰ। ਗੁਰੂ ਜੀ ਕਹਿੰਦੇ ਕਿ ਸੰਸਾਰ ਦੇ ਵਿੱਚ 6 ਸ਼ਾਸਤਰਾਂ ਦੀ ਵਿਚਾਰ ਦਾ ਰਿਵਾਜ ਚੱਲ ਰਿਹਾ ਹੈ, 6 ਸ਼ਾਸਤਰਾਂ ਦਾ ਵਰਤਾਰਾ ਚੱਲ ਰਿਹਾ ਹੈ। ਗੁਰ ਕਾ ਦਰਸ਼ਨ ਅਗੰਮ ਅਪਾਰਾ, ਪਰ ਗੁਰੂ ਦਾ ਦਿੱਤਾ ਹੋਇਆ ਸ਼ਾਸਤਰ ਇਹਨਾਂ 6 ਹੀ ਸ਼ਾਸਤਰਾਂ ਦੀ ਪਹੁੰਚ ਤੋਂ ਪਰੇ ਹੈ। ਇਹ 6 ਸ਼ਾਸਤਰ ਜੋ ਹਨ, ਗੁਰੂ ਵੱਲੋਂ ਦਿੱਤੇ ਹੋਏ ਸ਼ਾਸਤਰ ਦਾ ਅੰਤ ਨਹੀਂ ਪਾ ਸਕਦੇ। ਹਰ ਦਰਸ਼ਨ ਪਾਵੈ ਵੱਡ ਭਾਗ, ਗੁਰ ਕਾ ਸ਼ਬਦ ਸੱਚਾ ਬੈਰਾਗ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਲਗਨ ਜੋੜ ਕੇ ਮਨੁੱਖ ਵੱਡੀ ਕਿਸਮਤ ਦੇ ਨਾਲ ਪ੍ਰਮਾਤਮਾ ਦਾ ਮਿਲਾਪ ਕਰਾਉਣ ਵਾਲਾ ਗੁਰ ਸ਼ਾਸਤਰ ਪ੍ਰਾਪਤ ਕਰਦਾ ਹੈ। ਗੁਰੂ ਵੱਲੋਂ ਸਾਨੂੰ ਉਹ ਸ਼ਾਸਤਰ ਮਿਲਦਾ ਹੈ ਜੋ ਸਾਡਾ ਮਿਲਾਪ ਪ੍ਰਮਾਤਮਾ ਦੇ ਨਾਲ ਕਰਵਾ ਦਿੰਦਾ ਹੈ। ਤੇ ਜਦ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਏ ਤਾਂ ਜੀਵਨ ਸੁਖਾਲਾ ਹੋ ਜਾਂਦਾ ਹੈ, ਆਤਮਾ ਆਨੰਦਿਤ ਹੋ ਜਾਂਦੀ ਹੈ, ਜੀਵਨ ਦੇ ਵਿੱਚ ਦੁੱਖ ਕਲੇਸ਼ ਨਹੀਂ ਰਹਿੰਦੀ। ਇੱਕ ਵਾਰ ਫਿਰ ਤੋਂ ਯਾਦ ਕਰਵਾ ਦਈਏ, ਸਰੀਰਕ ਰੂਪ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਘਟਨਾਵਾਂ ਘਟਣਗੀਆਂ, ਦੁੱਖ ਆਉਣਗੇ, ਪਰ ਜੇ ਅਸੀਂ ਪ੍ਰਮਾਤਮਾ ਦੇ ਕਰੀਬ ਹਾਂ, ਮਾਨਸਿਕ ਰੂਪ ਦੇ ਵਿੱਚ ਉਹ ਦੁੱਖ ਸਾਨੂੰ ਕਲਪਿਤ ਨਹੀਂ ਕਰਨਗੇ, ਸਾਨੂੰ ਵਿਆਕੁਲ ਨਹੀਂ ਕਰਨਗੇ, ਸਾਨੂੰ ਤੰਗ ਨਹੀਂ ਕਰਨਗੇ, ਸਾਡੀ ਅਡੋਲਤਾ ਨੂੰ ਹਿੱਲਣ ਨਹੀਂ ਦੇਣਗੇ, ਹਿਲਾ ਨਹੀਂ ਸਕਣਗੇ, ਜੇ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣੀ ਹੋਈ ਹੋਵੇ। ਤੇ ਗੁਰੂ ਅਜਿਹਾ ਸ਼ਾਸਤਰ ਸਾਨੂੰ ਬਖਸ਼ਦਾ ਹੈ ਕਿ ਸਾਡੀ ਪ੍ਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ। ਇਸੇ ਕਰਕੇ ਹੀ ਗੁਰੂ ਵੱਲੋਂ ਦਿੱਤਾ ਹੋਇਆ ਜੋ ਸ਼ਾਸਤਰ ਹੈ, ਉਹ 6 ਹੀ ਸ਼ਾਸਤਰਾਂ ਤੋਂ ਉੱਤਮ ਹੈ। ਗੁਰ ਕਾ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ। ਗੁਰੂ ਦੇ ਦਿੱਤੇ ਹੋਏ ਸ਼ਾਸਤਰ ਦੇ ਰਾਹੀਂ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਆਪ ਸਾਡੇ ਮਨ ਦੇ ਵਿੱਚ ਆ ਵਸਦਾ ਹੈ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਜੇ ਕੋਈ ਮਨੁੱਖ ਗੁਰੂ ਦੇ ਸ਼ਾਸਤਰ ਦੇ ਵਿੱਚ ਪ੍ਰੇਮ ਪਿਆਰ ਜੋੜੇ, ਪ੍ਰੇਮ ਪਾਵੇ, ਤਾਂ ਜਗਤ ਗੁਰੂ ਦੇ ਸ਼ਾਸਤਰ ਦੇ ਰਾਹੀਂ ਵਿਕਾਰਾਂ ਤੋਂ ਬਚ ਜਾਂਦਾ ਹੈ, ਉਧਰ ਜਾਂਦਾ ਹੈ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਪਰ ਗੁਰੂ ਦੇ ਸ਼ਾਸਤਰ ਦੇ ਨਾਲ ਪ੍ਰੇਮ ਕੋਈ ਵਿਰਲਾ ਮਨੁੱਖ ਹੀ ਪੈਦਾ ਕਰਦਾ ਹੈ, ਕਿਸੇ ਵਿਰਲੇ ਮਨੁੱਖ ਦਾ ਹੀ ਗੁਰੂ ਦੇ ਸ਼ਾਸਤਰ ਦੇ ਨਾਲ ਪ੍ਰੇਮ ਪੈਂਦਾ ਹੈ। ਪਰ ਜਿਹਦਾ ਪੈ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਸਦਾ ਹੀ ਸੁੱਖ ਹੁੰਦਾ ਹੈ। ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ। ਗੁਰੂ ਦੇ ਸ਼ਾਸਤਰ ਵਿੱਚ ਜੇ ਅਸੀਂ ਆਪਣੀ ਸੁਰਤ ਨੂੰ ਟਿਕਾਈਏ ਤਾਂ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਜਾਂਦਾ ਹੈ। ਮੋਖ ਦੁਆਰ, ਮੋਕਸ਼ ਦਾ ਦੁਆਰ ਸਾਨੂੰ ਮਿਲ ਜਾਂਦਾ ਹੈ, ਵਿਕਾਰਾਂ ਤੋਂ ਮੁਕਤੀ ਦਾ ਰਸਤਾ ਲੱਭ ਜਾਂਦਾ ਹੈ।
ਸਤਿਗੁਰੂ ਦੀ ਸੇਵਾ ਕਰਦੇ ਹਾਂ ਤਾਂ ਆਪਣੇ ਪਰਿਵਾਰ ਵਾਸਤੇ ਵੀ ਵਿਕਾਰਾਂ ਤੋਂ ਬਚਣ ਦਾ ਸਹਾਰਾ ਲੱਭ ਲੈਂਦੇ ਹਾਂ। ਨਿਗੁਰੇ ਕਉ ਗਤ ਕਾਈ ਨਾਹੀ, ਅਵਗੁਣ ਮੁੱਠੇ ਚੋਟਾ ਖਾਹੀ। ਜੋ ਨਿਗੁਰਾ ਹੈ, ਜਿਹਦੇ ਕੋਲ ਗੁਰੂ ਨਹੀਂ ਹੈ, ਗੁਰੂ ਤੋਂ ਵਾਂਝਾ ਹੈ, ਗਤ ਕਾਈ ਨਾਹੀ, ਉਹਨੂੰ ਗਤ ਨਹੀਂ ਮਿਲਦੀ, ਉਹਦੀ ਆਤਮਿਕ ਅਵਸਥਾ ਉੱਚੀ ਨਹੀਂ ਹੁੰਦੀ। ਅਵਗੁਣ ਮੁੱਠੇ ਚੋਟਾਂ ਖਾਹੀ, ਜਿਹੜੇ ਮਨੁੱਖ ਪਾਪ ਕਰਮ ਦੇ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਲੁੱਟੇ ਜਾ ਰਹੇ ਨੇ, ਉਹ ਆਪਣੇ ਜੀਵਨ ਸਫ਼ਰ ਦੇ ਵਿੱਚ ਵਿਕਾਰਾਂ ਦੀਆਂ ਸੱਟਾਂ ਖਾਂਦੇ ਨੇ। ਗੁਰ ਕਾ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾਕੋ ਲੱਗੈ ਨਾ ਪੀਰ। ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਸਰੀਰ ਨੂੰ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਗੁਰੂ ਦੀ ਸ਼ਰਨ ਪੈਣ ਕਰਕੇ ਉਸ ਨੂੰ ਕਦੇ ਕੋਈ ਦੁੱਖ ਪੋ ਨਹੀਂ ਸਕਦਾ। ਜਮ ਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਜੋ ਗੁਰੂ ਦੀ ਸ਼ਰਨ ਪੈ ਜਾਂਦੇ ਹਨ, ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁਕਦੀ। ਹੇ ਨਾਨਕ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਸੋ ਅੱਜ ਦੀ ਬਾਣੀ ਦੇ ਵਿੱਚ ਅਸੀਂ ਅੰਮ੍ਰਿਤ ਰਸ ਕਿਵੇਂ ਪ੍ਰਾਪਤ ਕਰਨਾ ਹੈ, ਇਹ ਸਿੱਖਿਆ। ਬਾਬਰ ਦਾ ਹਿੰਦੁਸਤਾਨ ਤੇ ਜਦੋਂ ਹਮਲਾ ਹੋਇਆ, ਉਸ ਘਟਨਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਕੀਤਾ। ਸਾਨੂੰ ਇਤਿਹਾਸ ਦੀ ਜਾਣਕਾਰੀ ਵੀ ਦੇ ਗਏ ਕਿ ਕਿਵੇਂ ਪਠਾਨਾਂ ਦਾ ਰਾਜ ਸੀ ਐਮਨਾਬਾਦ ਤੇ। ਉਹ ਪਠਾਨ ਆਪਣੀਆਂ ਰੰਗ ਰਲੀਆਂ ਦੇ ਵਿੱਚ ਮਸਤ ਸਨ, ਪ੍ਰਜਾ ਦੀ ਚਿੰਤਾ ਕਰਨੀ ਭੁੱਲ ਗਏ ਸਨ। ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਬਾਬਰ ਦਾ ਹਮਲਾ ਹੋਇਆ। ਬਾਬਰ ਨੂੰ ਪ੍ਰਮਾਤਮਾ ਨੇ ਹੀ, ਕਰਤਾਰ ਨੇ ਹੀ ਜੰਮ ਬਣਾ ਕੇ ਪਠਾਨਾਂ ਦੇ ਉੱਪਰ ਭੇਜਿਆ। ਹਾਲਾਂਕਿ ਉਸ ਹਮਲੇ ਦੇ ਵਿੱਚ ਬਹੁਤ ਸਾਰੇ ਨਿਹੱਥੇ ਬੇਕਸੂਰ ਲੋਕ ਵੀ ਮਾਰੇ ਗਏ ਤੇ ਇਸ ਗੱਲ ਦਾ ਉਲਾਂਭਾ ਵੀ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਦਿੱਤਾ, ਪਰ ਨਾਲ ਦੀ ਨਾਲ ਇਹ ਵੀ ਮੰਨਿਆ ਕਿ ਇਸ ਦੁਨੀਆ ਦੇ ਵਿੱਚ ਜੀਵਾਂ ਨੂੰ ਭੇਜਣ ਵਾਲਾ ਵੀ ਉਹ ਪ੍ਰਮਾਤਮਾ ਹੈ, ਦੁਨੀਆ ਤੋਂ ਜੀਵਾਂ ਨੂੰ ਵਿਛੋੜਨ ਵਾਲਾ ਵੀ ਉਹ ਪ੍ਰਮਾਤਮਾ ਹੈ। ਜੀਵ ਆਉਂਦੇ ਵੀ ਉਹਦੀ ਰਜ਼ਾ ਦੇ ਨਾਲ ਨੇ, ਜਾਂਦੇ ਵੀ ਉਹਦੀ ਰਜ਼ਾ ਦੇ ਨਾਲ ਹੈ। ਉਹਦੀ ਵਡਿਆਈ ਹੈ, ਉਹਦੀ ਰਜ਼ਾ ਹੈ। ਅਸੀਂ ਮਨੁੱਖ ਉਹਦੀ ਰਜ਼ਾ ਦਾ ਅੰਤ ਨਹੀਂ ਪਾ ਸਕਦੇ। ਇਸ ਗੱਲ ਨੂੰ ਵੀ ਗੁਰੂ ਸਾਹਿਬ ਨੇ ਮੰਨਿਆ। ਤੇ ਤੀਸਰੇ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸਾਨੂੰ ਗੁਰੂ ਦੇ ਸ਼ਾਸਤਰ ਨੂੰ ਕਿਵੇਂ ਹਾਸਲ ਕਰਨਾ ਹੈ ਇਹ ਦੱਸਦੇ ਨੇ। ਗੁਰੂ ਦੇ ਦਰਸ਼ਨ ਦੇ, ਗੁਰੂ ਵੱਲੋਂ ਪ੍ਰਾਪਤ ਕੀਤੇ ਹੋਏ ਸ਼ਾਸਤਰ ਦੇ ਫਾਇਦੇ ਦੱਸਦੇ ਨੇ ਕਿ ਜਦ ਸਾਨੂੰ ਗੁਰੂ ਦਾ ਸ਼ਾਸਤਰ ਪ੍ਰਾਪਤ ਹੋ ਜਾਏ, ਗੁਰੂ ਵੱਲੋਂ ਬਖਸ਼ਿਆ ਹੋਇਆ ਸ਼ਾਸਤਰ ਮਿਲ ਜਾਏ, ਤਾਂ ਸਾਡੇ ਜੀਵਨ ਦੇ ਵਿੱਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ। ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚੋਂ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ। ਇਸ ਸਿੱਖੇ ਹੋਏ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਉਤਾਰੋਗੇ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ। ਇੱਥੇ ਹੀ ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।